ਹੈਲੋ एवरीवन। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ 'ਤੇ। ਮੇਰਾ ਨਾਮ ਹੈ ਸੰਦੀਪ ਸਿੰਘ ਅਤੇ ਇਸ ਚੈਨਲ 'ਤੇ ਮੈਂ ਤੁਹਾਨੂੰ ਪੜ੍ਹਾ ਰਿਹਾ ਸਬਜੈਕਟ ਇਲੈਕਟ੍ਰੀਕਲ ਮਸ਼ੀਨਸ। ਪਿਛਲੀ ਕਲਾਸ 'ਚ ਆਪਾਂ ਕੀਤਾ ਸੀ ਕਿ ਟਰਾਂਸਫਾਰਮਰ ਕੀ ਹੁੰਦਾ, ਉਹ ਦਾ ਪ੍ਰਿੰਸੀਪਲ ਆਫ ਆਪਰੇਸ਼ਨ ਕੀ ਹੁੰਦਾ, ਕਿਹੜੇ ਪ੍ਰਿੰਸੀਪਲ 'ਤੇ ਟਰਾਂਸਫਾਰਮਰ ਕੰਮ ਕਰਦਾ, ਅਤੇ ਹਲਕਾ ਜਿਹਾ ਇੰਟਰੋਡਕਸ਼ਨ ਦਿੱਤੀ ਸੀ ਤੁਹਾਨੂੰ ਮੈਂ ਟਰਾਂਸਫਾਰਮਰ ਦੀ। ਅੱਜ ਆਪਾਂ ਉਸ ਤੋਂ ਅੱਗੇ ਕੰਟੀਨਿਊ ਕਰਦੇ ਹਾਂ। ਅੱਜ ਸਭ ਤੋਂ ਪਹਿਲਾਂ ਆਪਾਂ ਕਰਨ ਜਾ ਰਹੇ ਹਾਂ ਕਿ ਟਰਾਂਸਫਾਰਮਰ ਬਣਿਆ ਕਾਹਦਾ ਹੁੰਦਾ। ਟਰਾਂਸਫਾਰਮਰ 'ਚ ਜਿਹੜੇ ਮੇਨ ਦੋ ਪਾਰਟ ਜਾਂ ਕੰਪੋਨੈਂਟ ਕਹਿ ਲਓ ਉਹ ਹੁੰਦੇ ਨੇ, ਇੱਕ ਤਾਂ ਹੁੰਦਾ ਮੈਗਨੈਟਿਕ ਕੋਰ, ਦੂਜਾ ਹੁੰਦਾ ਵਾਇੰਡਿੰਗ ਜਾਂ ਉਹਨੂੰ ਕੋਇਲਸ ਵੀ ਕਹਿ ਦਿੰਦੇ ਨੇ। ਹੁਣ ਮੈਗਨੈਟਿਕ ਕੋਰ ਕੀ ਹੁੰਦਾ? ਮੈਗਨੈਟਿਕ ਕੋਰ ਇੱਕ ਸੌਫਟ ਆਇਰਨ ਦਾ ਤੁਹਾਨੂੰ ਦੱਸਿਆ ਸੀ, ਜਿਵੇਂ ਕਿ ਮੈਂ ਪਿਛਲੀ ਕਲਾਸ ਵੀ, ਕਿ ਫੈਰਸ ਜਿਵੇਂ ਕਹਿ ਲਓ ਸੌਫਟ ਆਇਰਨ ਦਾ ਬਣਿਆ ਹੁੰਦਾ ਸਕੁਏਅਰ ਜਾਂ ਰੈਕਟੈਂਗੂਲਰ ਸ਼ੇਪ 'ਚ। ਮੰਨ ਲਓ ਕਿ ਜੇ ਉਹ ਸਕੁਏਅਰ ਸ਼ੇਪ 'ਚ ਹੈ, ਸਕੁਏਅਰ ਮਤਲਬ ਉਹਦੀ ਚਾਰੇ ਸਾਈਡਸ ਇਕੁਅਲ ਨੇ, ਤਾਂ ਜਿਹੜੇ ਉਹਦੇ ਹੌਰੀਜ਼ੋਂਟਲ ਪਾਰਟ ਹੈ ਜਿਹੜਾ ਮੈਗਨੈਟਿਕ ਕੋਰ ਦਾ, ਹੌਰੀਜ਼ੋਂਟਲ ਕਿਹੜਾ ਹੁੰਦਾ? ਇੱਕ ਆਹ। ਹੌਰੀਜ਼ੋਂਟਲ ਦਾ ਮਤਲਬ ਕੀ ਹੁੰਦਾ? ਜਿਹੜਾ ਗਰਾਊਂਡ ਜਾਂ ਧਰਤੀ ਦੇ ਪੈਰਲਲ ਹੈ ਉਹਨੂੰ ਕਹਿੰਦੇ ਨੇ ਹੌਰੀਜ਼ੋਂਟਲ। ਹੌਰੀਜ਼ੋਂਟਲ ਪਾਰਟ ਨੂੰ ਕਹਿੰਦੇ ਨੇ ਇਹਦੇ 'ਚ ਯੋਕ। ਠੀਕ ਹੈ। ਅਤੇ ਜਿਹੜੇ ਇਹਦੇ ਵਰਟੀਕਲ ਪਾਰਟ ਹੁੰਦੇ ਆ, ਵਰਟੀਕਲ ਪਾਰਟ ਕਿਹੜਾ ਹੁੰਦਾ? ਜਿਹੜਾ ਗਰਾਊਂਡ ਜਾਂ ਧਰਤੀ ਦੇ ਨਾਲ 90 ਡਿਗਰੀ ਦਾ ਐਂਗਲ ਬਣਾਉਂਦਾ, ਜਿਵੇਂ ਕਿ ਆਹ ਜਿਹੜੇ ਦੋ ਮੈਂ ਮਾਰਕ ਕੀਤੇ, ਇਸ ਨੂੰ ਬੋਲਦੇ ਨੇ ਲਿੰਬ। ਹੁਣ ਜਿਹੜੀ ਇਹ ਮੈਗਨੈਟਿਕ ਕੋਰ ਹੈ, ਇਹ ਨੋਰਮਲੀ ਥਿਨ ਸਟ੍ਰਿਪਸ ਦੀ ਬਣੀ ਹੁੰਦੀ ਹੈ, ਮਤਲਬ ਪਤਲੀ ਪੱਤੀਆਂ ਦੀ ਬਣੀ ਹੁੰਦੀ ਹੈ। ਕੀ ਭਾਵ ਹੈ ਕਹਿਣ ਦਾ? ਕਿ ਜੇ ਆਪਾਂ ਇਹਦਾ 3D ਦਾ ਸਟਰਕਚਰ ਦੇਖੀਏ, ਕੋਈ ਇਸ ਤਰ੍ਹਾਂ ਦਾ ਹੋ ਗਿਆ ਇੱਕ 3D ਸਟਰਕਚਰ। ਹੁਣ ਜਿਹੜਾ ਆਹ ਪਾਰਟ ਹੈ, ਜਿਹੜਾ ਕਿ ਇਹ ਵਰਟੀਕਲ ਪਾਰਟ ਹੋ ਗਿਆ, ਇਹਨੂੰ ਆਪਾਂ ਕਿਹਾ ਸੀ ਲਿੰਬ। ਇਸ ਨੂੰ ਜੇ ਜ਼ੂਮ ਕਰਕੇ ਦੇਖੀਏ ਸਾਈਡ ਤੋਂ ਆਪਾਂ ਤਾਂ ਇਹ ਜਿਹਾ ਦਿਖੇਗਾ। ਹੁਣ ਜਾਂ ਤਾਂ ਇਹ ਇੱਕ ਮੋਟੇ ਲੋਹੇ ਦਾ ਪੀਸ ਹੋ ਸਕਦਾ, ਇੱਕ ਲੋਹੇ ਦਾ ਸਿੰਗਲ ਪੀਸ, ਜਾਂ ਆਪਾਂ ਇਹਨੂੰ ਪਤਲੀ ਪੱਤੀਆਂ ਲੈ ਕੇ ਐਂ ਇਕੱਠਾ ਰੱਖ ਸਕਦੇ ਹਾਂ। ਠੀਕ ਹੈ। ਅਤੇ ਟਰਾਂਸਫਾਰਮਰ ਜਿਹੜਾ ਆਪਾਂ ਸਟਰਕਚਰ ਲੱਗਦੇ ਹਾਂ, ਉਹ ਪੱਤੀਆਂ ਇਕੱਠੀਆਂ ਕਰਕੇ ਰੱਖਦੇ ਹਾਂ, ਇਹਨੂੰ ਕਹਿੰਦੇ ਨੇ ਸਟ੍ਰਿਪਸ। ਇਹਨਾਂ ਦੀ ਥਿਕਨੈਸ ਯੂਜਲੀ ਹੁੰਦੀ ਹੈ 0.3 ਤੋਂ ਲੈ ਕੇ 0.5 mm ਦੇ ਵਿਚਾਲੇ। ਹੁਣ ਇਹਦਾ ਕੀ ਕਾਰਨ ਹੈ ਕਿ ਆਪਾਂ ਇੱਕ ਲੋਹੇ ਦਾ ਸਿੰਗਲ ਪੀਸ ਦੀ ਬਜਾਏ ਪਤਲੀ ਪੱਤੀਆਂ ਯੂਜ਼ ਕਰਕੇ ਬਣਾਉਂਦੇ ਹਾਂ? ਇਹਦੇ ਨਾਲ ਕੀ ਹੈ ਨਾ, ਟਰਾਂਸਫਾਰਮਰ 'ਚ ਜਿਹੜੇ ਲੋਸਿਸ ਹੁੰਦੇ ਆ ਇਸ ਕੋਰ 'ਚ, ਮੈਗਨੈਟਿਕ ਲੋਸਿਸ, ਉਹ ਘੱਟ ਜਾਂਦੇ ਆ। ਮੈਗਨੈਟਿਕ ਲੋਸਿਸ ਕੀ ਹੁੰਦੇ ਆ ਅਤੇ ਕਿਵੇਂ ਘਟਦੇ ਆ, ਉਹ ਇਸ ਲੈਕਚਰ 'ਚ ਅੱਗੇ ਚੱਲ ਕੇ ਆਪਾਂ ਦੇਖਾਂਗੇ। ਠੀਕ ਹੈ। ਜਿਹੜਾ ਮੇਨਲੀ ਮੈਗਨੈਟਿਕ ਲੋਸਿਸ ਘਟਦੇ ਆ ਨਾ, ਉਹਨਾਂ ਨੂੰ ਕਹਿੰਦੇ ਨੇ ਐਡੀ ਕਰੰਟ ਲੋਸਿਸ। ਠੀਕ ਹੈ। ਅੱਗੇ ਆ ਗਈ ਵਾਇੰਡਿੰਗ। ਵਾਇੰਡਿੰਗ ਕੀ ਹੁੰਦੀ ਹੈ? ਵਾਇੰਡਿੰਗ ਮੇਨਲੀ ਇੱਕ ਕੰਡਕਟਿੰਗ ਮਟੀਰੀਅਲ ਹੈ, ਜਿਹੜਾ ਕਿ ਟਰਾਂਸਫਾਰਮਰ 'ਚ ਇੱਕ ਕੰਡਕਟਿੰਗ ਮਟੀਰੀਅਲ ਲੱਗਿਆ ਹੁੰਦਾ, ਉਹਨੂੰ ਕਹਿੰਦੇ ਵਾਇੰਡਿੰਗ। ਹੁਣ ਕੰਡਕਟਿੰਗ ਮਟੀਰੀਅਲ ਕਿਹੜਾ ਹੁੰਦਾ? ਜਿਹੜਾ ਕਰੰਟ ਕੰਡਕਟ ਕਰ ਲੈਂਦਾ, ਕਰੰਟ ਨੂੰ ਘੱਟ ਰੈਜ਼ਿਸਟੈਂਸ ਪ੍ਰੋਵਾਈਡ ਕਰਦਾ ਹੈਗਾ। ਹੁਣ ਜਿਹੜੀਆਂ ਇਹ ਕੋਇਲਸ ਹੈ, ਜਿਹੜੀ ਕਿ ਕੰਡਕਟਿੰਗ ਮਟੀਰੀਅਲ ਦੀ ਬਣੀ ਹੁੰਦੀ ਹੈ,
ਇਹ ਜਿਹੜਾ ਆਪਾਂ ਪੜ੍ਹਿਆ ਪਿੱਛੇ ਲਿੰਬ ਉਸ 'ਤੇ ਚੜਾਈਆਂ ਹੁੰਦੀਆਂ। ਦੋ ਪਾਰਟ ਪੜ੍ਹੇ ਨਾ ਆਪਾਂ, ਯੋਕ ਤੇ ਲਿੰਬ। ਜਿਹੜਾ ਵਰਟੀਕਲ ਪਾਰਟ ਹੈ ਲਿੰਬ ਉਸ 'ਤੇ ਇਹ ਚੜਾਈਆਂ ਹੁੰਦੀਆਂ, ਮਾਊਂਟ ਕੀਤੀਆਂ ਹੁੰਦੀਆਂ। ਠੀਕ ਹੈ, ਹੁਣ ਇਸ ਨੂੰ ਮਾਊਂਟ ਕਰਨ ਦੇ ਦੋ ਤਰੀਕੇ ਹੈ। ਦੋ ਵਾਈਂਡਿੰਗ ਹੁੰਦੀਆਂ, ਆਪਾਂ ਪਹਿਲਾਂ ਪੜ੍ਹਿਆ ਸੀ ਪ੍ਰਾਇਮਰੀ ਅਤੇ ਸੈਕੰਡਰੀ ਵਾਈਂਡਿੰਗ। ਹੁਣ ਇਸ ਨੂੰ ਵਾਈਂਡ ਕਰਨ ਦੇ ਦੋ ਤਰੀਕੇ ਹੈ। ਜਾਂ ਤਾਂ ਇੱਕ ਤੁਹਾਡੇ ਕੋਲ ਮੈਗਨੈਟਿਕ ਕੋਰ ਪਈ ਹੈ, ਜਾਂ ਤਾਂ ਪ੍ਰਾਇਮਰੀ ਵਾਈਂਡਿੰਗ ਇਸ 'ਤੇ ਮਾਊਂਟ ਕਰ ਦਿਓ ਅਤੇ ਸੈਕੰਡਰੀ ਇਸ 'ਤੇ ਕਰ ਦਿਓ। ਇਹ ਹੋ ਗਿਆ ਇੱਕ ਤਰੀਕਾ। ਹੁਣ ਦੂਜਾ ਤਰੀਕਾ ਕੀ ਹੈ, ਪਹਿਲਾਂ ਇਸ ਲਿੰਬ 'ਤੇ ਪ੍ਰਾਇਮਰੀ ਵਾਈਂਡਿੰਗ ਚੜਾ ਦਿਓ, ਉਸ ਤੋਂ ਬਾਅਦ ਇੱਥੇ ਇਨਸੂਲੇਟਰ ਲਗਾ ਦਿਓ। ਕੋਈ ਇਨਸੂਲੇਟਰ ਨੋਰਮਲੀ ਕਿਹੜਾ ਲਗਾਉਂਦੇ ਆਪਾਂ, ਕੋਈ ਕਾਗਜ਼ ਜਾਂ ਗੱਤਾ। ਇਨਸੂਲੇਟਰ ਲਗਾ ਕੇ ਹੁਣ ਇਸੇ 'ਤੇ ਅੱਧੀ ਦੂਜੀ ਸੈਕੰਡਰੀ ਵਾਈਂਡਿੰਗ ਚੜਾਤੀ। ਠੀਕ ਹੈ, ਹੁਣ ਇਸੇ ਤਰ੍ਹਾਂ ਦੂਜੇ ਲਿੰਬ 'ਤੇ ਪਹਿਲਾਂ ਅੱਧੀ ਪ੍ਰਾਇਮਰੀ ਵਾਈਂਡਿੰਗ ਚੜਾਤੀ, ਫਿਰ ਇਨਸੂਲੇਟਰ ਲਗਾ ਕੇ ਗੱਤਾ ਵਗੈਰਾ ਲਗਾ ਕੇ ਫਿਰ ਬਾਕੀ ਦੀ ਸੈਕੰਡਰੀ ਵਾਈਂਡਿੰਗ ਚੜਾਤੀ। ਇੱਥੋਂ ਇੱਕ ਪ੍ਰਾਇਮਰੀ ਦਾ ਟਰਮੀਨਲ ਲੈ ਲਿਆ, ਉਹ ਇਹਦੇ ਨਾਲ ਕਨੈਕਟ ਕਰਤਾ। ਇੱਥੋਂ ਇੱਕ ਸੈਕੰਡਰੀ ਦਾ ਟਰਮੀਨਲ ਲੈ ਲਿਆ, ਉਹਨੂੰ ਦੂਜੇ ਨਾਲ ਕਨੈਕਟ ਕਰਤਾ, ਅਤੇ ਆਪਣੇ ਕੋਲ ਦੋ ਟਰਮੀਨਲ ਆ ਜਾਣਗੇ ਪ੍ਰਾਇਮਰੀ ਅਤੇ ਸੈਕੰਡਰੀ ਦੇ। ਹੁਣ ਇਹ ਦੋ ਤਰੀਕੇ ਨੇ ਵਾਈਂਡਿੰਗ ਨੂੰ ਲਿੰਬ 'ਤੇ ਚੜਾਉਣ ਵਾਸਤੇ। ਹੁਣ ਇਹਦੇ 'ਚੋਂ ਕਿਹੜਾ ਵੱਧ ਫਾਇਦੇਮੰਦ ਹੈ? ਇਹਦੇ 'ਚੋਂ ਵੱਧ ਜਿਹੜਾ ਫਾਇਦੇਮੰਦ ਹੈਗਾ ਉਹ ਹੈਗਾ ਆਪਸ਼ਨ 2। ਕੀ ਕਾਰਨ ਇਹਦਾ? ਜਿਵੇਂ ਕਿ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਟਰਾਂਸਫਾਰਮਰ ਜਿਹੜਾ ਹੈਗਾ ਉਹ ਮਿਊਚੁਅਲ ਇੰਡਕਟੈਂਸ ਦੇ ਪ੍ਰਿੰਸੀਪਲ 'ਤੇ ਕੰਮ ਕਰਦਾ। ਮਿਊਚੁਅਲ ਇੰਡਕਟੈਂਸ ਕੀ ਹੁੰਦੀ ਹੈ ਕਿ ਇੱਕ ਕੋਇਲ ਫਲਕਸ ਪੈਦਾ ਕਰ ਰਹੀ ਹੈ, ਅਤੇ ਜਿਹੜਾ ਉਹ ਫਲਕਸ ਪੈਦਾ ਕਰ ਰਹੀ ਹੈ, ਜੇ ਉਹ ਅਲਟਰਨੇਟਿੰਗ ਫਲਕਸ ਹੈ ਅਤੇ ਉਹ ਦੂਜੀ ਕੋਇਲ ਨਾਲ ਲਿੰਕ ਕਰ ਰਿਹਾ, ਤਾਂ ਦੂਜੀ ਕੋਇਲ 'ਚ ਕੀ ਹੈ, EMF ਪੈਦਾ ਹੋਏਗੀ। EMF ਜਿਹਨੂੰ ਕਹਿੰਦੇ ਇਲੈਕਟ੍ਰੋਮੋਟਿਵ ਫੋਰਸ। ਠੀਕ ਹੈ, ਅਤੇ ਇਹ ਕਿਸ ਚੀਜ਼ 'ਤੇ ਡਿਪੈਂਡ ਕਰੇਗੀ ਕਿ ਕੋਇਲ ਨਾਲ ਫਲਕਸ, ਜਿਹੜੇ ਦੂਜੀ ਕੋਇਲ ਹੈ ਉਹਦੇ ਨਾਲ ਕਿੰਨਾ ਫਲਕਸ ਲਿੰਕ ਹੋ ਰਿਹਾ। ਠੀਕ ਹੈ, ਹੁਣ ਜਿਹੜਾ ਆਪਸ਼ਨ 2 ਕੀਤਾ ਸੀ ਆਪਾਂ, ਉਹਦੇ 'ਚ ਕੀ ਸੀਗਾ, ਪਹਿਲੇ ਆਪਸ਼ਨ ਸੀਗਾ ਕਿ ਇੱਕ ਤੋਂ ਇੱਥੇ ਵਾਈਂਡਿੰਗ ਸੀ ਅਤੇ ਇਹਦਾ ਫਲਕਸ ਸੀਗਾ। ਠੀਕ ਹੈ, ਹੁਣ ਉਹ ਦੂਜੀ ਨਾਲ ਲਿੰਕ ਹੋਣਾ ਸੀਗਾ ਕੋਇਲ ਨਾਲ ਇੱਥੇ। ਹੁਣ ਸਾਰਾ ਫਲਕਸ ਤਾਂ ਲਿੰਕ ਨਹੀਂ ਹੋ ਰਿਹਾ ਇਹਦੇ ਨਾਲ, ਕੁਝ ਫਲਕਸ ਜਿਵੇਂ ਕਿ ਆਹ ਹੈ ਇਹ ਨਹੀਂ ਲਿੰਕ ਹੋ ਰਿਹਾ ਇਸ ਕੋਇਲ ਨਾਲ। ਜਿਹੜਾ ਉਹਦਾ ਦੂਜਾ ਆਪਸ਼ਨ ਸੀ ਆਪਣਾ, ਉਹਦਾ ਕੀ ਇੱਕ ਹੀ ਲਿੰਬ 'ਤੇ ਸੀ ਦੋਨੇ ਵਾਈਂਡਿੰਗਸ। ਹੁਣ ਜਿਹੜਾ ਇਹਦਾ ਫਲਕਸ ਹੈ ਉਹ ਸਾਰਾ ਇਹਦੇ ਨਾਲ ਤਾਂ ਲਿੰਕ ਹੋ ਹੀ ਰਹੇਗਾ, ਇਸ ਪਾਰਟ ਨਾਲ ਸੈਕੰਡਰੀ ਵਾਈਂਡਿੰਗ ਦੇ। ਤਾਂ ਇਸ 'ਚ ਕੀ ਹੈ, ਜਿਹੜਾ ਫਲਕਸ ਹੈ ਪ੍ਰਾਇਮਰੀ ਵਾਈਂਡਿੰਗ ਦਾ ਉਹ ਮੈਕਸੀਮਮ ਲਿੰਕ ਹੁੰਦਾ, ਸਭ ਤੋਂ ਵੱਧ ਲਿੰਕ ਹੁੰਦਾ ਇਸ ਕੇਸ 'ਚ। ਇਸ ਕੇਸ 'ਚ ਥੋੜ੍ਹਾ ਲੋਸ ਵੱਧ ਹੁੰਦਾ, ਤਾਂ ਕਰਕੇ ਆਪਾਂ ਦੂਜਾ ਕੇਸ ਪ੍ਰੈਫਰ ਕਰਦੇ ਹਾਂ। ਠੀਕ ਹੈ, ਹੁਣ ਅੱਗੇ ਕੀ ਹੈ, ਜਿਹੜੀ ਆਪਾਂ ਮੈਗਨੈਟਿਕ ਕੋਰ ਕੀਤੀ ਹੈ ਉਹ ਕਿੰਨੇ ਟਾਈਪ ਦੀ ਹੁੰਦੀ ਹੈ? ਮੈਗਨੈਟਿਕ ਕੋਰ ਦੋ ਟਾਈਪ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਕੋਰ ਟਾਈਪ ਅਤੇ ਇੱਕ ਹੁੰਦੀ ਹੈ ਸ਼ੈਲ ਟਾਈਪ। ਹੁਣ ਇਹਨਾਂ 'ਚ ਕੀ ਅੰਤਰ ਹੈ? ਕੋਰ ਟਾਈਪ ਅਤੇ ਸ਼ੈਲ ਟਾਈਪ 'ਚ ਜਿਹੜਾ ਮੇਨ ਅੰਤਰ ਹੈ ਉਹ ਹੈਗਾ ਨੰਬਰ ਆਫ ਲਿੰਬਸ ਦਾ। ਲਿੰਬਸ ਕੀ ਸੀਗੇ? ਜਿਹੜਾ ਵਰਟੀਕਲ ਸਟਰਕਚਰ ਹੈ ਮੈਗਨੈਟਿਕ ਕੋਰ ਦਾ। ਠੀਕ ਹੈ, ਜਿਹੜੀ ਕੋਰ ਟਾਈਪ ਹੈ ਇਹਦੇ 'ਚ ਦੋ ਲਿੰਬ ਹੁੰਦੇ ਨੇ। ਠੀਕ ਹੈ, ਪਹਿਲਾਂ ਆਪਾਂ ਕੋਰ ਟਾਈਪ ਹੀ ਪੜ੍ਹ ਲੈਂਦੇ ਹਾਂ। ਜਿਹੜੀ ਕੋਰ ਟਾਈਪ ਹੈਗੀ ਆ
ਇਹ ਦੋ ਲਿੰਬ ਹੁੰਦੇ ਨੇ ਇਹਦੇ 'ਚ, ਇੱਕ ਆਹ ਲਿੰਬ ਅਤੇ ਇੱਕ ਆਹ ਲਿੰਬ। ਠੀਕ ਹੈ, ਇਹ ਕੀ ਹੈ, ਨੋਰਮਲੀ ਐਲ ਅਤੇ ਟੀ ਸ਼ੇਪ ਦੇ ਸਟ੍ਰਿਪਸ ਤੋਂ ਬਣਿਆ ਹੁੰਦਾ। ਐਲ ਅਤੇ ਟੀ ਸ਼ੇਪ ਦੀ ਪੱਤੀਆਂ ਤੋਂ ਬਣਿਆ ਹੁੰਦਾ। ਕਿਵੇਂ, ਅਗਲੀ ਸਲਾਈਡ 'ਤੇ ਕਰਦੇ ਆਪਾਂ ਇਸ ਤਰ੍ਹਾਂ। ਆ ਦੇਖੋ, ਆਹ ਐਲ ਸ਼ੇਪ 'ਚ ਹੈਗੀ ਹੈ ਪੱਤੀ ਆਪਣੇ ਕੋਲ। ਠੀਕ ਹੈ, ਜਾਂ ਤਾਂ ਦੋ ਐਲ ਸ਼ੇਪ ਦੀ ਪੱਤੀਆਂ ਲੈ ਕੇ ਉਹਨਾਂ ਨੂੰ ਐਂ ਜੋੜ ਦਿੱਤਾ ਜਾਂਦਾ ਹੈਗਾ। ਇੱਕ ਆਹ ਐਲ ਸ਼ੇਪ ਦੀ ਪੱਤੀ ਲੈ ਲਈ, ਇੱਕ ਆਹ ਐਲ ਸ਼ੇਪ ਦੀ ਪੱਤੀ ਲੈ ਲਈ, ਇਹਨਾਂ ਨੂੰ ਵਾਰੀ ਵਾਰੀ ਆਪਾਂ ਰੱਖਦੇ ਰਹਿੰਦੇ ਹੈਗੇ। ਠੀਕ ਹੈ, ਠੀਕ ਹੈ। ਜਾਂ ਕੀ ਕਰਦੇ ਹਾਂ ਆਪਾਂ ਇੱਕ ਈ ਸ਼ੇਪ ਦੀ ਪੱਤੀ ਲੈ ਲੈਂਦੇ ਹਾਂ, ਉਹਦੇ ਨਾਲ ਇੱਕ ਆਈ ਸ਼ੇਪ ਦੀ ਪੱਤੀ ਅਟੈਚ ਕਰ ਦਿੰਦੇ ਹਾਂ। ਇਹ ਕਿਵੇਂ ਸਟਰਕਚਰ ਬਣ ਗਿਆ, ਇੱਕ ਆਪਾਂ ਲਈ ਈ ਸ਼ੇਪ ਦੀ ਪੱਤੀ, ਸੌਰੀ, ਇੱਕ ਆਪਾਂ ਲਈ ਈ ਸ਼ੇਪ ਦੀ ਪੱਤੀ। ਠੀਕ ਹੈ, ਆਹ ਈ ਸ਼ੇਪ ਦੀ ਲੈ ਲਈ ਜੀ, ਇੱਕ ਲੈ ਲਈ ਆਈ ਸ਼ੇਪ ਦੀ ਪੱਤੀ। ਠੀਕ ਹੈ, ਇਹਨਾਂ ਨੂੰ ਜੋੜਤਾ, ਜਾਂ ਦੋ ਇਸ ਤਰ੍ਹਾਂ ਦੀਆਂ ਈ ਸ਼ੇਪ ਦੀਆਂ ਪੱਤੀਆਂ ਲੈ ਲਈਆਂ। ਠੀਕ ਹੈ, ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਕੋਟ ਟਾਈਪ ਸ਼ੈੱਲ ਬਣਦੀ ਹੈ। ਦੇਖੋ, ਕੋਟ ਟਾਈਪ ਦਾ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਇਹਦੇ ਦੋ ਲਿੰਬ ਹੁੰਦੇ ਨੇ। ਠੀਕ ਹੈ ਨਾ। ਹੁਣ ਆ ਜਾਓ ਸ਼ੈੱਲ ਟਾਈਪ 'ਤੇ। ਸ਼ੈੱਲ ਟਾਈਪ ਬੇਸਿਕਲੀ ਕੀ ਹੁੰਦਾ, ਆਹ ਫਿਗਰ ਦੇਖੋ, ਜਿਹੜਾ ਸ਼ੈੱਲ ਟਾਈਪ ਹੁੰਦਾ ਇਹ ਬੇਸਿਕਲੀ ਇਹਦੇ 'ਚ ਤਿੰਨ ਲਿੰਬ ਹੁੰਦੇ ਨੇ, ਇੱਕ ਲਿੰਬ, ਦੂਜਾ ਅਤੇ ਤੀਜਾ। ਠੀਕ ਹੈ, ਇਹਦੇ 'ਚ ਜਿਹੜੀ ਬਾਈਂਡਿੰਗ ਹੁੰਦੀ ਹੈ ਉਹ ਸਿਰਫ ਜਿਹੜਾ ਵਿਚਾਲੇ ਸੈਂਟਰ ਲਿੰਬ ਹੁੰਦਾ ਸਿਰਫ ਇਸ 'ਤੇ ਕੀਤੀ ਹੁੰਦੀ ਹੈ। ਜਿਹੜਾ ਕੋਟ ਟਾਈਪ ਸੀ ਉਹਦੇ 'ਚ ਦੋਨੇ ਲਿੰਬਸ, ਆ ਦੇਖੋ ਜਿਵੇਂ ਫਿਗਰ 'ਚ ਦਿਖਾ ਰਹੇ ਹੈ, ਦੋਨੇ ਲਿੰਬਸ 'ਤੇ ਬਾਈਂਡਿੰਗ ਚੜਾਈ ਹੁੰਦੀ ਹੈ। ਇਹਦੇ 'ਚ ਕੀ ਹੈ, ਸਾਰੀ ਬਾਈਂਡਿੰਗ ਜਿਹੜਾ ਸ਼ੈੱਲ ਟਾਈਪ ਹੈ ਇਹਦੇ 'ਚ ਸੈਂਟਰ ਲਿੰਬ 'ਤੇ ਚੜਾਈ ਹੁੰਦੀ ਹੈ। ਫਲਕਸ ਨੂੰ ਫਲੋ ਕਰਨ ਵਾਸਤੇ ਇਹ 'ਚ ਦੋ ਪਾਥ ਮਿਲ ਜਾਂਦੇ ਆ। ਜਿਹੜਾ ਫਲਕਸ ਹੁੰਦਾ ਉਹ ਇੱਕ ਇੱਧਰ ਦੀ ਚਲਾ ਜਾਂਦਾ, ਇੱਕ ਹਾਫ ਫਲਕਸ ਇੱਧਰ ਦੀ ਚਲਾ ਜਾਂਦਾ। ਅਤੇ ਜਿਹੜਾ ਆਪਣਾ ਕੋਰ ਟਾਈਪ ਸੀ ਉਹਦੇ 'ਚ ਦੋਨਾਂ ਲਿੰਬ 'ਤੇ ਬਾਈਂਡਿੰਗ ਚੜਾਈ ਹੁੰਦੀ ਹੈ। ਉਹਦੇ 'ਚ ਕੀ ਹੈ, ਫਲਕਸ ਸਿਰਫ ਇੱਕ ਹੀ ਪਾਥ ਹੁੰਦਾ ਉਹਦੇ ਕੋਲ ਫਲੋ ਕਰਨ ਵਾਸਤੇ। ਠੀਕ ਹੈ, ਹੁਣ ਕੀ ਹੈ ਸ਼ੈੱਲ ਟਾਈਪ ਕੀ ਹੈ, ਜਿਵੇਂ ਮੈਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਕਿ ਇਹਦੇ 'ਚ ਸਿਰਫ ਸੈਂਟਰ ਲਿੰਬ 'ਤੇ ਹੀ ਬਾਈਂਡਿੰਗ ਚੜਾਈ ਹੁੰਦੀ ਹੈ। ਠੀਕ ਹੈ, ਜਿਹੜੀ ਇਸ ਟਾਈਪ ਦੀ ਕੰਸਟਰਕਸ਼ਨ ਹੈ ਜਿਹੜੀ ਇਸ ਤਰ੍ਹਾਂ ਦੀ ਬਾਈਂਡਿੰਗ ਹੈ ਇਹ ਨੋਰਮਲੀ ਜਿਹੜੇ ਹਾਈ ਵੋਲਟੇਜ ਟਰਾਂਸਫਾਰਮਰ ਹੁੰਦੇ ਆ ਉਹਨਾਂ 'ਚ ਯੂਜ਼ ਹੁੰਦੀ ਹੈ। ਠੀਕ ਹੈ ਜੀ, ਹੁਣ ਅੱਗੇ ਆਪਾਂ ਕਰਦੇ ਹਾਂ ਲੌਸਸ ਟਰਾਂਸਫਾਰਮਰ 'ਚ ਕਿਸ ਕਿਸ ਤਰ੍ਹਾਂ ਦੇ ਹੁੰਦੇ ਆ। ਟਰਾਂਸਫਾਰਮਰ 'ਚ ਮੇਨਲੀ ਦੋ ਤਰ੍ਹਾਂ ਦੇ ਲੌਸਸ ਹੁੰਦੇ ਆ। ਇੱਕ ਤਾਂ ਜਿਹੜੇ ਉਹਦੇ ਕੋਰ 'ਚ ਹੁੰਦੇ ਆ ਉਹਨੂੰ ਕਹਿੰਦੇ ਕੋਰ ਲੌਸਸ। ਠੀਕ ਹੈ, ਅਤੇ ਇੱਕ ਜਿਹੜੀ ਉਹਦੀ ਬਾਈਂਡਿੰਗ 'ਚ ਹੁੰਦੇ ਆ
ਉਹਨੂੰ ਕਹਿ ਦਿੰਦੇ ਨੇ ਕਾਪਰ ਲੌਸਿਸ। ਇਹਨਾਂ ਨੂੰ ਕਾਪਰ ਲੌਸਿਸ ਕਾਹਤੋਂ ਕਹਿੰਦੇ ਨੇ, ਜਿਹੜੀ ਵਾਈਂਡਿੰਗ ਹੈ ਉਹਦੀ ਬਣਤਰ ਜ਼ਿਆਦਾਤਰ ਕਾਪਰ ਤੋਂ ਹੋਈ ਹੁੰਦੀ ਹੈ। ਠੀਕ ਹੈ, ਹੁਣ ਕੀ ਹੈ, ਕੋਈ ਤਾਰ ਹੈ ਉਹਦੀ ਆਪਦੀ ਰੈਜ਼ਿਸਟੈਂਸ ਹੁੰਦੀ ਹੈ, ਆਹ ਇੰਟਰਨਲ ਰੈਜ਼ਿਸਟੈਂਸ। ਠੀਕ ਹੈ, ਤੇ ਜੇ ਇਸ 'ਚ ਕੋਈ ਕਰੰਟ ਫਲੋ ਕਰੇਗਾ ਆਈ, ਤਾਂ ਇਹਦੇ 'ਚ ਲੌਸਿਸ ਹੋਣਗੇ ਆਈ ਸਕੁਏਰ ਆਰ। ਠੀਕ ਹੈ, ਇਹ ਆਪਾਂ ਪੜ੍ਹਿਆ ਹੋਏਗਾ। ਠੀਕ ਹੈ, ਤਾਂ ਕਾਪਰ ਲੌਸ ਟਰਾਂਸਫਾਰਮਰਸ ਮੇਨਲੀ ਆਈ ਸਕੁਏਰ ਆਰ ਹੁੰਦੇ ਆ, ਅਤੇ ਦੋਨੇ ਪ੍ਰਾਇਮਰੀ ਅਤੇ ਸੈਕੰਡਰੀ ਵਾਈਂਡਿੰਗ ਦੋਨਾਂ 'ਚ ਹੁੰਦੇ ਨੇ, ਅਤੇ ਡਿਪੈਂਡ ਕਰਦੇ ਨੇ ਕਿ ਕਰੰਟ ਕਿੰਨਾ ਫਲੋ ਕਰ ਰਿਹਾ ਦੋਨੋਂ ਵਾਈਂਡਿੰਗ 'ਚੋਂ, ਅਤੇ ਉਹਦੀ ਰੈਜ਼ਿਸਟੈਂਸ ਕਿੰਨੀ ਹੈਗੀ ਹੈ। ਜਿਹੜੇ ਕਾਪਰ ਲੌਸਿਸ ਹੈ ਇਹ ਕਰੰਟ ਅਤੇ ਰੈਜ਼ਿਸਟੈਂਸ 'ਤੇ ਡਿਪੈਂਡ ਕਰਦੇ ਨੇ। ਠੀਕ ਹੈ, ਕਰੰਟ ਕਿੰਨਾ ਫਲੋ ਕਰ ਰਿਹਾ, ਅਤੇ ਰੈਜ਼ਿਸਟੈਂਸ ਤਾਂ ਕਿਸੇ ਵੀ ਵਾਈਂਡਿੰਗ ਜਿਹੜੀ ਚੜ੍ਹਾਤੀ ਆਪਾਂ ਉਹਦੀ ਫਿਕਸਡ ਹੀ ਰੈਜ਼ਿਸਟੈਂਸ ਰਹੇਗੀ। ਠੀਕ ਹੈ, ਇਹ ਆਪਣਾ ਹਮੇਸ਼ਾ ਇੱਕ ਕੌਨਸਟੈਂਟ ਰਹੇਗਾ। ਜਿਹੜੀ ਇੱਕ ਵਾਰੀ ਤਾਰ ਲਪੇਟਤੀ ਹੈ ਉਹਦੀ ਰੈਜ਼ਿਸਟੈਂਸ ਹਮੇਸ਼ਾ ਓਨੀ ਹੀ ਰਹੇਗੀ, ਇਹ ਚੇਂਜ ਨਹੀਂ ਹੋਏਗੀ। ਜਿਹੜੀ ਚੇਂਜ ਹੋਏਗਾ ਉਹ ਹੋਏਗਾ ਕਰੰਟ। ਠੀਕ ਹੈ, ਹੁਣ ਜਿਹੜੇ ਕੋਰ ਲੌਸਿਸ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਹੈਗੇ ਜੀ ਹਿਸਟੈਰਿਸਿਸ ਲੌਸਿਸ। ਹਿਸਟੈਰਿਸਿਸ ਲੌਸਿਸ ਕੀ ਨੇ, ਜਦੋਂ ਕਰੰਟ ਆਹ ਆਪਣੀ ਕੋਰ ਹੈ, ਕੋਰ 'ਤੇ ਆਹ ਵਾਈਂਡਿੰਗ ਲਪੇਟੀ ਹੋਈ ਹੈ, ਜਦੋਂ ਵਾਈਂਡਿੰਗ 'ਚ ਕਰੰਟ ਫਲੋ ਕਰੇਗਾ ਤਾਂ ਜਿਹੜੀ ਕੋਰ ਹੈ ਇਹ ਮੈਗਨੇਟਾਈਜ਼ ਹੋਏਗੀ। ਮੈਗਨੇਟਾਈਜ਼ ਦਾ ਕੀ ਮਤਲਬ ਹੈ, ਸਾਰੇ ਜਿਹੜੇ ਇਹਦੇ ਡਾਈਪੋਲ ਹੋਣਗੇ ਇੱਕ ਦਿਸ਼ਾ 'ਚ ਅਲਾਈਨ ਹੋਣਗੇ, ਇੱਕ ਹਿਸਾਬ ਦੀ ਇਲੈਕਟ੍ਰੋਮੈਗਨੇਟ ਹੋਏਗੀ, ਅਤੇ ਫਿਰ ਇਹਦੀ ਮੈਗਨੇਟਾਈਜੇਸ਼ਨ ਅਤੇ ਡੀਮੈਗਨੇਟਾਈਜੇਸ਼ਨ ਕਦੋਂ ਹੋਏਗੀ, ਜਦੋਂ ਟਰਾਂਸਫਾਰਮਰ ਕੰਮ ਨਹੀਂ ਕਰ ਰਿਹਾ। ਇਹਦੇ 'ਚ ਕੀ ਹੈ, ਕੁਛ ਲੌਸਿਸ ਹੋ ਜਾਂਦੇ ਆ, ਕੁਛ ਐਨਰਜੀ ਲੋਸਟ ਹੋ ਜਾਂਦੀ ਆਪਣੀ, ਉਹਨੂੰ ਕਹਿ ਦਿੰਦੇ ਨੇ ਹਿਸਟੈਰਿਸਿਸ ਲੌਸਿਸ। ਠੀਕ ਹੈ, ਹੁਣ ਐਡੀ ਕਰੰਟ ਲੌਸਿਸ ਕੀ ਹੈ, ਜਿਹੜੀ ਆਪਣੀ ਕੋਰ ਹੈ ਇਹ ਕੀ ਹੈ, ਇੱਕ ਸੌਫਟ ਆਇਰਨ ਦੀ ਬਣੀ ਹੁੰਦੀ ਹੈ, ਫੈਰਿਕਸ ਮੈਟਲ ਦੀ ਬਣੀ ਹੁੰਦੀ ਹੈ। ਠੀਕ ਹੈ,
ਜਦੋਂ ਹੁਣ ਇਹਦੇ ਨਾਲ ਜਿਹੜਾ ਫਲਕਸ ਲਿੰਕ ਹੈ, ਅਲਟਰਨੇਟਿੰਗ ਫਲਕਸ ਫਲੋ ਹੋ ਰਿਹਾ ਚੋਂ, ਜਿਹੜਾ ਇਹ 'ਚ ਫਲਕਸ ਹੈ, ਆਹ ਫਲਕਸ ਨੂੰ ਆਪਾਂ ਰਿਪਰੈਜ਼ੈਂਟੇਸ਼ਨ ਹੈ ਨੋਮਨਕਲੇਚਰ ਫਲਕਸ ਦਾ, ਜਦੋਂ ਜਿਹੜਾ ਇਹ ਫਲਕਸ ਚੇਂਜ ਹੋਏਗਾ ਤਾਂ ਇਹਦੇ 'ਚ ਵੀ ਕਰੰਟ ਪ੍ਰੋਡਿਊਸ ਹੋਏਗਾ। ਠੀਕ ਹੈ, ਈਐਮਐਫ ਪ੍ਰੋਡਿਊਸ ਹੋਏਗੀ, ਸੌਰੀ ਕੀਤਾ ਸੀ ਨਾ ਆਪਾਂ ਮਿਊਚੁਅਲ ਇੰਡਕਸ਼ਨ ਦਾ ਪ੍ਰਿੰਸੀਪਲ। ਜੇ ਇਹਦੇ 'ਚ ਈਐਮਐਫ ਪ੍ਰੋਡਿਊਸ ਹੋਏਗੀ ਤਾਂ ਇਹ ਇੱਕ ਬੰਦ ਇਲੈਕਟ੍ਰਿਕ ਸਰਕਿਟ ਹੈ, ਇਹ ਵਾਲਾ ਇੱਕ ਕਲੋਜ਼ਡ ਇਲੈਕਟ੍ਰਿਕ ਸਰਕਿਟ ਹੈ। ਮੈਂ ਤੁਹਾਨੂੰ ਦੱਸ ਚੁੱਕਿਆ ਕਲੋਜ਼ਡ ਇਲੈਕਟ੍ਰਿਕ ਸਰਕਿਟ ਕੀ ਹੁੰਦਾ, ਜਿਹਦੇ 'ਚ ਵੱਖ-ਵੱਖ ਤਰ੍ਹਾਂ ਦੇ ਇਲੈਕਟ੍ਰਿਕ ਅਪਲਾਇੰਸ ਯੰਤਰ ਆਪਸ 'ਚ ਕਨੈਕਟਡ ਹੁੰਦੇ ਨੇ। ਤਾਂ ਇਹਦੇ 'ਚ ਕੀ ਹੈ, ਕਰੰਟ ਫਲੋ ਹੋਣ ਲੱਗ ਜਾਏਗਾ ਇੱਥੇ, ਤਾਂ ਜਿਹੜਾ ਇਸ ਕਰੰਟ ਕਰਕੇ ਲਾਸ ਹੋਊਗਾ ਉਹਨੂੰ ਕਹਿ ਦਿੰਦੇ ਨੇ ਐਡੀ ਕਰੰਟ ਲਾਸਿਸ। ਠੀਕ ਹੈ ਜੀ। ਹੁਣ ਆਪਾਂ ਕੋਰ ਅਤੇ ਕਾਪਰ ਲਾਸਿਸ ਦੋਨੇ ਪੜ੍ਹ ਲਏ ਆ। ਜਿਹੜੇ ਕੋਰ ਲਾਸਿਸ ਹੈ ਇਹ ਮੇਨਲੀ ਵੋਲਟੇਜ 'ਤੇ ਡਿਪੈਂਡ ਕਰ ਰਹੇ ਆ, ਮੇਨਲੀ ਵੋਲਟੇਜ 'ਤੇ ਡਿਪੈਂਡ ਕਰ ਰਹੇ ਆ। ਠੀਕ ਹੈ, ਅਤੇ ਜਿਹੜੇ ਕਾਪਰ ਲਾਸਿਸ ਸੀਗੇ ਇਹ ਕਿਤੇ ਡਿਪੈਂਡ ਕਰ ਰਹੇ ਆ, ਕਰੰਟ 'ਤੇ। ਕਰੰਟ ਰੈਜ਼ਿਸਟੈਂਸ 'ਤੇ ਵੀ ਰਹੇ ਆ, ਪਰ ਰੈਜ਼ਿਸਟੈਂਸ ਕਿਸੇ ਵੀ ਤਾਰ ਦਾ ਕੌਨਸਟੈਂਟ ਹੈ। ਇਸੇ ਲਈ ਤੁਸੀਂ ਦੇਖਿਓ ਕਿ ਜਿਹੜੀ ਟਰਾਂਸਫਾਰਮਰ ਜੇ ਕਦੇ ਕੋਈ ਦੇਖੋ ਤੁਸੀਂ ਤਾਂ ਉਹਦੇ ਨਾ ਕੋਈ ਵੀ ਬਿਜਲੀ ਦਾ ਯੰਤਰ ਦੇਖੋ ਉਹਦੇ ਇੱਕ ਪਲੇਟ ਲੱਗੀ ਹੁੰਦੀ ਹੈ ਜਿੱਥੇ ਉਹਦੀ ਰੇਟਿੰਗ ਲਿਖੀ ਹੁੰਦੀ ਹੈ। ਠੀਕ ਹੈ, ਤਾਂ ਟਰਾਂਸਫਾਰਮਰ ਦੀ ਰੇਟਿੰਗ ਹਮੇਸ਼ਾ VH ਹੁੰਦੀ ਹੈ, ਵੋਲਟ ਐਂਪੀਅਰ, ਕਿਉਂਕਿ ਇਸ ਦੀ ਦੋਨੇ ਲਾਸਿਸ ਆਪਣੇ ਡਿਪੈਂਡ ਕਰਦੇ ਨੇ। ਠੀਕ ਹੈ, ਵਾਟ ਜਾਂ ਕਿਲੋ ਵਾਟ 'ਚ ਨਹੀਂ ਹੁੰਦੀ ਇਹਦੀ ਰੇਟਿੰਗ, ਹਮੇਸ਼ਾ VH ਹੁੰਦੀ ਹੈ। ਤੁਸੀਂ ਇਹ ਸਾਰੇ ਜਾਣੇ ਦੇਖਿਓ, ਜੇ ਤੁਹਾਨੂੰ ਕਿਸੇ ਨੂੰ ਮੌਕਾ ਲੱਗਿਆ ਤਾਂ ਟਰਾਂਸਫਾਰਮਰ ਦੀ ਨੇਮ ਪਲੇਟ ਜ਼ਰੂਰ ਦੇਖਿਓ, ਉਹ 'ਤੇ ਰੇਟਿੰਗ ਦੇਖਿਓ ਕਿ ਕਾਹਦੇ 'ਚ ਲਿਖੀ ਹੋਈ ਹੈ। ਠੀਕ ਹੈ ਜੀ। ਹੁਣ ਕੀ ਹੈ, ਇੱਕ ਆਈਡੀਅਲ ਅਤੇ ਪ੍ਰੈਕਟੀਕਲ ਟਰਾਂਸਫਾਰਮਰ ਕੀ ਫ਼ਰਕ ਹੈ ਇਹਨਾਂ ਦੋਨਾਂ 'ਚ। ਆਈਡੀਅਲ ਕੀ ਹੁੰਦਾ ਕਿ ਜਮਾਂ ਵੀ ਲੈਬ ਦੀ ਕੰਡੀਸ਼ਨ 'ਚ ਵੀ ਟਰਾਂਸਫਾਰਮਰ ਜਿਹੜਾ ਕਿਤਾਬ 'ਤੇ ਡਿਸਕਰਾਈਬ ਕਰਤਾ ਵੀ ਆਹ ਹੋਏਗਾ। ਆਈਡੀਅਲ ਟਰਾਂਸਫਾਰਮਰ ਦਾ ਮਤਲਬ ਕੀ ਹੈ, ਉਹਦੇ 'ਚ ਕੋਈ ਲਾਸਿਸ ਨਹੀਂ ਹੈਗੇ। ਠੀਕ ਹੈ, ਮਤਲਬ ਕੋਈ ਲਾਸਿਸ ਮਤਲਬ ਨਾ ਹੀ ਤਾਂ ਕੋਈ ਕੋਰ ਅਤੇ ਨਾ ਹੀ ਕਾਪਰ ਲਾਸਿਸ, ਜਿਹੜੇ ਆਪਾਂ ਹੁਣੀ ਕਰ ਚੁੱਕੇ ਹਾਂ। ਕਾਪਰ ਲਾਸਿਸ ਜੇ ਨਹੀਂ ਹੈਗੇ ਤਾਂ ਉਹਦਾ ਮਤਲਬ ਕੀ ਹੈ ਕਿ ਇਹਦੀ ਜਿਹੜੀ ਵਾਈਂਡਿੰਗ ਚੜਾਈ ਹੋਈ ਹੈ ਅਤੇ ਉਹਦੀ ਜਿਹੜੀ ਰੈਜ਼ਿਸਟੈਂਸ ਹੈ ਉਹ 0 ਹੋਣੀ ਚਾਹੀਦੀ ਹੈ। ਅਗਲੀ ਕੀ ਕੰਡੀਸ਼ਨ ਹੈ ਕਿ ਕੋਈ ਲੀਕੇਜ ਫਲਕਸ ਨਹੀਂ ਹੈਗਾ, ਜਿੰਨਾ ਪ੍ਰਾਇਮਰੀ ਵਾਈਂਡਿੰਗ ਫਲਕਸ ਪ੍ਰੋਡਿਊਸ ਕਰ ਰਹੀ ਹੈ ਉਹ ਸਾਰਾ ਦਾ ਸਾਰਾ ਸੈਕੰਡਰੀ ਵਾਈਂਡਿੰਗ ਨਾਲ ਲਿੰਕ ਹੋ ਰਿਹਾ। ਠੀਕ ਹੈ, ਲਾਸਟ ਅਤੇ ਫਾਈਨਲ ਕੰਡੀਸ਼ਨ ਕੀ ਹੈ ਕਿ ਬਹੁਤ ਹੀ ਇੱਕ ਨਿੱਕਾ ਜਿਹਾ ਅਮਾਊਂਟ ਕਰੰਟ ਦਾ ਫਲੋ ਕਰਕੇ ਜਿਹੜੀ ਕੋਰ ਹੈ ਆਪਣੀ ਉਹ ਮੈਗਨੇਟਾਈਜ਼ ਹੋ ਜਾਂਦੀ ਹੈ। ਠੀਕ ਹੈ, ਇਹਦੀ ਮੈਗਨੇਟਾਈਜੇਸ਼ਨ ਵਾਸਤੇ ਆਪਾਂ ਨੂੰ ਬਹੁਤ ਹੀ ਸਮੋਲ ਕਰੰਟ ਚਾਹੀਦਾ। ਠੀਕ ਹੈ, ਪਰ ਪ੍ਰੈਕਟੀਕਲ ਟਰਾਂਸਫਾਰਮਰ 'ਚ ਕੀ ਹੁੰਦਾ, ਉਹਦੇ 'ਚ ਲੀਕੇਜ ਫਲਕਸ ਵੀ ਹੁੰਦਾ ਅਤੇ ਉਹਦੇ 'ਚ ਲਾਸਿਸ ਵੀ ਹੁੰਦੇ ਆ, ਕਿਉਂਕਿ ਸਾਰਾ ਫਲਕਸ ਪ੍ਰਾਇਮਰੀ ਵਾਈਂਡਿੰਗ ਦਾ ਦੂਜੀ ਸੈਕੰਡਰੀ ਵਾਈਂਡਿੰਗ ਨਾਲ ਨਹੀਂ ਲਿੰਕ ਹੁੰਦਾ ਅਤੇ ਉਹਦੀ ਵਾਈਂਡਿੰਗ ਜਿਹੜੀ ਹੁੰਦੀ ਹੈ ਕੋਰ 'ਤੇ ਜਿਹੜੀ ਵਾਈਂਡਿੰਗ ਕੀਤੀ ਹੁੰਦੀ ਹੈ ਉਹਦੀ ਕੋਈ ਨਾ ਕੋਈ ਰੈਜ਼ਿਸਟੈਂਸ ਵੀ ਹੁੰਦੀ ਹੈ। ਠੀਕ ਹੈ ਜੀ। ਹੁਣ ਕੀ ਆ ਗਿਆ,
ਐਪਲੀਕੇਸ਼ਨਸ ਕੀ ਐਪਲੀਕੇਸ਼ਨਸ ਟਰਾਂਸਫਾਰਮਰ ਦੀਆਂ ਕਿੱਥੇ ਕਿੱਥੇ ਨੇ। ਟਰਾਂਸਫਾਰਮਰ ਕੀ ਹੈ ਨਾ, ਇਹਦੀ ਐਪਲੀਕੇਸ਼ਨਸ ਇਮੈਂਸ ਨੇ। ਆ ਕੁਛ ਕੁ ਤਾਂ ਲਿਖੀਆਂ ਹੋਈਆਂ, ਠੀਕ ਹੈ। ਇਹ ਤੋਂ ਇਲਾਵਾ ਜਿਵੇਂ ਗ੍ਰਿਡ 'ਚ ਯੂਜ਼ ਕਰਦੇ ਹਾਂ ਟਰਾਂਸਫਾਰਮਰ, ਠੀਕ ਹੈ। ਆਪਣੇ ਘਰਾਂ 'ਚ ਡਿਸਟਰੀਬਿਊਸ਼ਨ ਵਾਸਤੇ ਤੁਸੀਂ ਦੇਖਿਆ ਹੋਣਾ ਆਪਣੀ ਗਲੀ ਮੁਹੱਲਿਆਂ 'ਚ ਟਰਾਂਸਫਾਰਮਰ ਲੱਗੇ ਹੁੰਦੇ ਆ। ਤਾਂ ਜਿਹੜੇ ਟਰਾਂਸਫਾਰਮਰ ਦੇ ਐਪਲੀਕੇਸ਼ਨਸ ਨੇ ਉਹ ਬਹੁਤ ਹੀ ਜ਼ਿਆਦਾ ਨੇ। ਇਹ ਇੱਕ ਬਹੁਤ ਹੀ ਅਸੈਂਸ਼ੀਅਲ ਪਾਰਟ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ, ਠੀਕ ਹੈ। ਅਤੇ ਇਸੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੂੰਗਾ। ਅੱਜ ਦਾ ਇਹ ਲੈਕਚਰ ਇੱਥੇ ਹੀ ਖ਼ਤਮ ਹੁੰਦਾ। ਅਗਲੇ ਲੈਕਚਰ 'ਚ ਆਪਾਂ ਟਰਾਂਸਫਾਰਮਰ ਦੀ ਕੰਸਟਰਕਸ਼ਨ ਹੋਰ ਡਿਟੇਲ ਨਾਲ ਕਰਾਂਗੇ ਕਿ ਕਿਵੇਂ ਇਹਦੇ 'ਚ ਫਲਕਸ ਪੈਦਾ ਹੁੰਦਾ ਹੈ, ਠੀਕ ਹੈ, ਅਤੇ ਕਿਵੇਂ ਸੈਕੰਡਰੀ ਵਾਈਂਡਿੰਗ 'ਚ EMF ਜਨਰੇਟ ਹੁੰਦੀ ਹੈ, ਠੀਕ ਹੈ। ਤਾਂ ਮਿਲਦੇ ਹਾਂ ਆਪਾਂ ਸਾਰੇ ਮੇਰੇ ਅਗਲੇ ਲੈਕਚਰ ਵਿੱਚ।